हेलो दोस्तों, सत श्री अकाल। स्वागत है ਤੁਹਾਡਾ ਸਟੱਡੀ ਨਾਉ ਤੇ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਆਈਕਨ ਜ਼ਰੂਰ ਦਬਾਓ, ਠੀਕ ਹੈ। ਜੇਕਰ ਤੁਸੀਂ 9ਵੀਂ ਦੇ ਵਿੱਚੋਂ 10ਵੀਂ ਦੇ ਵਿੱਚੋਂ ਜਾਂ ਈਟੀ ਵਾਲੇ ਹੋ, ਪੀਐਸ ਟੈਟ 2 ਦੀ ਤਿਆਰੀ ਕਰ ਰਹੇ ਹੋ, ਠੀਕ ਆ, ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਠੀਕ ਆ, ਕਿਉਂਕਿ ਮੈਂ ਸਮਾਜਿਕ ਸਾਇੰਸ ਤੇ ਮੈਥ ਦੇ ਨਾਲ ਸੰਬੰਧਿਤ ਵੀਡੀਓ ਲਿਆਉਂਦਾ ਰਹਿਣਾਗਾ, ਠੀਕ ਆ। ਤਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ 10ਵੀਂ ਦਾ 9ਵਾਂ ਲੈਸਨ अनुवांशिकता ਤੇ ਜੀਵ ਵਿਕਾਸ, ਠੀਕ ਹੈ। ਪਹਿਲਾਂ ਵੀ ਇਸ ਤੇ ਇੱਕ ਵੀਡੀਓ ਬਣ ਚੁੱਕੀ ਹੈ, ਦੂਸਰੀ ਵੀਡੀਓ ਹੈ, ਠੀਕ ਆ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ अनुवांशिकता ਅਤੇ ਜੀਵ ਵਿਕਾਸ, ਠੀਕ ਹੈ। ਹੁਣ ਦੇਖੋ ਜੀਵ ਵਿਕਾਸ, ਠੀਕ ਹੈ। ਆਪਾਂ ਕਰ ਲਿਆ ਸੀ ਕਿ अनुवांशिकता ਕੀ ਹੁੰਦੀ ਹੈ, ਜੀਵ ਵਿਕਾਸ ਕੀ ਹੁੰਦਾ, ਠੀਕ ਆ। ਪਿਛਲੀ ਵੀਡੀਓ ਵਿੱਚ ਹੋਰ ਕੀ ਕਰਿਆ ਸੀ ਆਪਾਂ, ਡਾਰਵਿਨ ਦਾ ਕੀ ਕਰਿਆ ਸੀ, ਸਿਧਾਂਤ ਕਰਿਆ ਸੀ, ਠੀਕ ਆ। ਡਾਰਵਿਨ ਦਾ ਜੀਵ ਵਿਕਾਸ ਦਾ ਸਿਧਾਂਤ, ਠੀਕ ਆ। ਜੀਵ ਵਿਕਾਸ ਦਾ ਸਿਧਾਂਤ, ਠੀਕ ਆ। ਡਾਰਵਿਨ ਨੇ ਦੱਸਿਆ ਸੀ ਆਪਾਂ ਨੂੰ ਵੀ ਜੀਵ ਵਿਕਾਸ ਕਿਵੇਂ ਹੁੰਦਾ, ਠੀਕ ਆ। ਇਹਦੇ ਵਿੱਚ ਇਹਨੇ ਕੀ ਕਿਹਾ ਸੀਗਾ, ਕੁਦਰਤੀ ਚੋਣ ਦੀ ਜ਼ਿਕਰ ਕੀਤਾ ਸੀ, ਠੀਕ ਆ। ਵੀ ਕੁਦਰਤੀ ਚੋਣ ਦੁਆਰਾ ਜਿਹੜੀ ਕੁਦਰਤੀ ਚੋਣ ਦੁਆਰਾ ਕੀ ਹੈਗਾ ਕਿਸੇ ਜਾਤੀ ਦੇ, ਠੀਕ ਆ, ਜੀਨ ਦੇ ਵਿੱਚ ਜਾਂ ਲੱਛਣਾਂ ਦੇ ਵਿੱਚ ਕੀ ਹੁੰਦਾ, ਪਰਿਵਰਤਨ ਆਉਂਦਾ ਗਾ, ਠੀਕ ਆ। ਜਿਹੜੇ ਲੱਛਣ ਹੁੰਦੇ ਆ, ਜੀਨ ਹੁੰਦੇ ਆ ਕਿਸੇ ਜਾਤੀ ਦੇ, ਉਹਦੇ ਵਿੱਚ ਕੁਦਰਤੀ ਚੋਣ ਦੁਆਰਾ ਕੀ ਹੈਗਾ ਪਰਿਵਰਤਨ ਆਉਂਦਾ ਜਾਂ ਭਿੰਨਤਾਵਾਂ ਪੈਦਾ ਹੁੰਦੀਆਂ ਨੇ, ਠੀਕ ਆ। ਹੋਰ ਕੀ ਹੈਗਾ ਆਪਾਂ ਡਾਰਵਿਨ ਤੋਂ ਇਲਾਵਾ, ਡਾਰਵਿਨ ਦੇ ਸਿਧਾਂਤ ਤੋਂ ਇਲਾਵਾ ਆਪਾਂ ਹੋਰ ਕੀ ਕਰਿਆ ਸੀਗਾ, ਇੱਕ ਵਿਚਲਨ ਕਰਿਆ ਸੀ, ਠੀਕ ਆ। ਕਿਹੜਾ ਵਿਚਲਨ ਕਰਿਆ ਸੀ, अनुवांशिक, ਠੀਕ ਆ। अनुवांशिक ਵਿਚਲਨ, ਠੀਕ ਆ। अनुवांशिक ਵਿਚਲਨ ਦੇ ਵਿੱਚ ਦੇਖੋ ਕੀ ਕਰਿਆ ਸੀ ਆਪਾਂ ਵੀ ਕੀ ਹੈਗਾ ਕੋਈ ਛੋਟੀ ਜਨਸੰਖਿਆ ਹੈਗੀ, ਕੋਈ ਛੋਟੀ ਜਨਸੰਖਿਆ ਦੇ ਉੱਤੇ, ਠੀਕ ਆ, ਕਿਸੇ ਘਟਨਾ ਦੇ ਕਾਰਨ ਉਹਦੇ ਜੀਨ ਦੇ ਵਿੱਚ ਪਰਿਵਰਤਨ ਆਉਣਾ, ਠੀਕ ਆ। ਉਹਦੇ ਲੱਛਣਾਂ ਦੇ ਜਿਹੜੀ ਆਵਰਤੀ ਆ ਉਹਦੇ ਵਿੱਚ ਪਰਿਵਰਤਨ ਆਉਣਾ ਕਿਸੇ ਘਟਨਾ ਦੇ ਕਾਰਨ, ਠੀਕ ਆ। ਉਹ ਕੀ ਹੁੰਦਾ, अनुवांशिक ਵਿਚਲਨ, ਠੀਕ ਆ। ਤਾਂ ਦੋਨੀ ਕੁਦਰਤੀ ਚੋਣ ਤੇ अनुवांशिक ਵਿਚਲਨ, ਠੀਕ ਆ, ਇਹ ਦੋਨੇ ਕੀ ਕਰਦੇ ਨੇਗੇ ਕਿਸੇ ਜਾਤੀ ਦੀ ਜਿਹੜੀ ਕਿਸੇ ਜਾਤੀ ਦੇ ਵਿੱਚ ਜਿਹੜੇ ਲੱਛਣ ਨੇ, ਠੀਕ ਆ, ਉਹਦੀ ਆਵਰਤੀ ਨੂੰ ਕੀ ਕਰਦੇ ਆ, ਪ੍ਰਭਾਵਿਤ ਕਰਦੇ ਆ, ਠੀਕ ਆ। ਲੱਛਣਾਂ ਨੂੰ ਪ੍ਰਭਾਵਿਤ ਕਰਦੇ ਆ अनुवांशिक ਵਿਚਲਨ ਤੇ ਕੁਦਰਤੀ ਚੋਣ, ਜਿਹਦੇ ਨਾਲ ਕੀ ਭਿੰਨਤਾਵਾਂ ਪੈਦਾ ਹੁੰਦੀਆਂ ਨੇ, ਠੀਕ ਆ। ਇਹ ਆਪਾਂ ਪਿਛਲੀ ਵੀਡੀਓ ਵਿੱਚ ਕਰਿਆ ਸੀਗਾ। ਤਾਂ ਦੋਨੇ ਕੀ ਨੇਗੇ ਇਹ ਆਪਣੇ ਡਾਰਵਿਨ ਦੇ ਸਿਧਾਂਤ ਦੇ ਵਿੱਚ ਇਕੱਲੀ ਕੁਦਰਤੀ ਚੋਣ ਦੀ ਜ਼ਿਕਰ ਕਰਿਆ ਡਾਰਵਿਨ ਨੇ, ਠੀਕ ਆ। ਜਿਹੜਾ अनुवांशिक ਵਿਚਲਨ ਵਾਲਾ ਇਹ ਅੱਡ ਹੈਗਾ, ਠੀਕ ਆ। ਪਰ ਦੋਨੇ ਕੀ ਨੇ, ਕੁਦਰਤੀ ਚੋਣ ਤੇ अनुवांशिक ਵਿਚਲਨ, ਦੋਨੇ ਕੀ ਪੈਦਾ ਕਰਦੇ ਨੇਗੇ, ਭਿੰਨਤਾਵਾਂ ਪੈਦਾ ਕਰਦੇ ਨੇ, ਠੀਕ ਆ। ਭਿੰਨਤਾਵਾਂ ਕਿਹਦੇ ਵਿੱਚ, ਜੀਵਾਂ ਵਿੱਚ ਭਿੰਨਤਾਵਾਂ ਪੈਦਾ ਕਰਦੇ ਨੇ, ਠੀਕ ਆ। ਇਹ ਭਿੰਨਤਾਵਾਂ ਨੇ ਜਿਹੜੀਆਂ, ਠੀਕ ਆ, ਇਹ ਭਿੰਨਤਾ ਦੇ ਕਾਰਨ, ਠੀਕ ਆ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਕੀ ਹੈਗੀ ਵੱਖ ਹੁੰਦੀ ਆ, ਠੀਕ ਆ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਕੀ ਹੁੰਦੀ ਹੈ, ਵੱਖ ਹੁੰਦੀ ਹੈਗੀ, ਠੀਕ ਆ। ਉਹਨਾਂ ਵਿੱਚ ਭਿੰਨਤਾਵਾਂ ਹੁੰਦੀਆਂ ਨੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ, ਠੀਕ ਆ। ਭਿੰਨਤਾਵਾਂ ਕੁਦਰਤੀ ਚੋਣ ਤੇ अनुवांशिक ਵਿਚਲਨ ਦੇ ਕਾਰਨ ਪੈਦਾ ਹੁੰਦੀਆਂ ਨੇ, ਠੀਕ ਆ। ਇਹ ਭਿੰਨਤਾਵਾਂ ਆਪਾਂ ਕਰਿਆ ਸੀਗਾ ਵੀ ਡੀਐਨਏ ਦੀ ਕਾਪੀ ਵਿੱਚ ਤਰੱਟੀਆਂ ਹੁੰਦੀਆਂ ਨੇਗੀਆਂ, ਉਹਦੇ ਕਾਰਨ ਪੈਦਾ ਹੁੰਦੀਆਂ ਨੇ, ਠੀਕ ਆ। ਡੀਐਨਏ ਦੀ ਕਾਪੀ ਵਿੱਚ ਤਰੱਟੀਆਂ ਕਿਵੇਂ ਆ ਸਕਦੀਆਂ ਨੇਗੀਆਂ, ਕੁਦਰਤੀ ਚੋਣ ਦੁਆਰਾ ਆ ਸਕਦੀਆਂ ਨੇਗੀਆਂ, अनुवांशिक ਵਿਚਲਨ ਦੁਆਰਾ, ਠੀਕ ਆ। ਇਹ ਮੇਨ ਸੀਗਾ। ਉਸ ਤੋਂ ਬਾਅਦ ਦੇਖੋ ਇਹ ਤਾਂ ਹੋ ਗਿਆ ਭਿੰਨਤਾਵਾਂ, ਠੀਕ ਆ। ਹੁਣ ਭਿੰਨਤਾਵਾਂ ਕਿੰਨੀਆਂ ਕੁ ਭਿੰਨਤਾਵਾਂ ਹੋ ਸਕਦੀਆਂ ਨੇ, ਠੀਕ ਆ। ਕਈ ਕੀ ਹੈਗਾ ਅੰਸ਼ਕ ਰੂਪ ਵਿੱਚ ਭਿੰਨ ਹੁੰਦੇ ਆ ਜੀਵ, ਅੰਸ਼ਕ ਰੂਪ ਵਿੱਚ, ਠੀਕ ਆ। ਕਈ ਕੀ ਹੁੰਦੇ ਆ ਪੂਰਨ ਤੌਰ ਤੇ ਭਿੰਨ ਹੁੰਦੇ ਆ, ਠੀਕ ਆ, ਪੂਰਨ ਤੌਰ ਤੇ ਭਿੰਨ, ਠੀਕ ਆ। ਅੰਸ਼ਕ ਰੂਪ ਵਿੱਚ ਭਿੰਨ ਦਾ ਮਤਲਬ ਕੀ ਹੈਗਾ ਵੀ ਜਿਵੇਂ ਇੱਕ ਆਪਾਂ ਭੁੰਡੀਆਂ ਕਰੀਆਂ ਸੀ, ਲਾਲ ਭੁੰਡੀਆਂ ਤੇ ਹਰੀਆਂ ਭੁੰਡੀਆਂ, ਠੀਕ ਆ। ਤਾਂ ਉਹਨਾਂ ਵਿੱਚ ਕੀ ਹੈਗਾ ਅੰਸ਼ਕ ਭਿੰਨਤਾ ਸੀਗੀ, ਅੰਸ਼ਕ ਰੂਪ ਵਿੱਚ ਭਿੰਨ ਸੀਗੇ, ਠੀਕ ਆ। ਮਤਲਬ ਕੀ ਹੈਗੀ ਉਹਨਾਂ ਦੀ ਜਾਤੀ ਸੇਮ ਸੀਗੀ ਤੇ ਅੰਸ਼ਕ ਭਿੰਨਤਾ ਸੀ, ਉਹਦੇ ਵਿੱਚ ਵੀ ਰੰਗ ਦਾ ਫਰਕ ਸੀਗਾ, ਠੀਕ ਆ। ਤਾਂ ਉਹ ਅੰਸ਼ਕ ਭਿੰਨਤਾ ਹੋ ਗਈ। ਜੇ ਕਿਸੇ ਵਿੱਚ ਕੀ ਹੈਗਾ ਅੰਸ਼ਕ ਰੂਪ ਵਿੱਚ ਭਿੰਨ ਹੁੰਦੇ ਆ ਕੋਈ ਜੀਵ, ਤਾਂ ਉਹਨਾਂ ਵਿੱਚ ਜੀਨ ਦਾ ਪ੍ਰਭਾਵ ਹੋਊਗਾ, ਠੀਕ ਆ। ਜੀਨ ਦਾ ਪ੍ਰਭਾਵ ਮਤਲਬ ਕੀ ਹੈਗਾ ਵੀ ਨਵਾਂ ਜੀਵ ਪੈਦਾ ਹੋਊਗਾ। ਜੇ ਅੰਸ਼ਕ ਰੂਪ ਵਿੱਚ ਭਿੰਨ ਨੇ ਦੋ ਜੀਵ, ਉਹਨਾਂ ਵਿੱਚ ਪ੍ਰਜਨਨ ਹੁੰਦਾ ਤਾਂ ਜੀਨ ਦਾ ਪ੍ਰਭਾਵ ਹੋਊਗਾ ਜਾਂ ਜੀਵ ਪੈਦਾ ਹੋਊਗਾ, ਠੀਕ ਆ। ਜੇ ਉਹ ਪੂਰਨ ਤੌਰ ਤੇ ਭਿੰਨ ਨੇ, ਠੀਕ ਆ, ਜਿਵੇਂ ਕੀ ਹੈਗਾ ਦੋ ਜਾਨਵਰ ਨੇ, ਠੀਕ ਆ। ਇੱਕ ਕੀ ਹੈਗਾ ਮੰਨ ਲਓ ਇੱਕ ਕੀ ਹੈਗਾ ਡੌਗ ਹੈਗਾ, ਠੀਕ ਆ, ਡੌਗ, ਇੱਕ ਕੀ ਹੈਗਾ ਮੰਕੀ, ਠੀਕ ਆ। ਜੇ ਉਹਨਾਂ ਵਿੱਚ ਪ੍ਰਜਨਨ ਕਰਾਏ, ਠੀਕ ਆ, ਤਾਂ ਉਹਨਾਂ ਵਿੱਚ ਜੀਨ ਦਾ ਪ੍ਰਵਾਹ ਨਹੀਂ ਹੁੰਦਾ, ਠੀਕ ਆ। ਜੀਨ ਇੱਕ ਜੀਵ ਤੋਂ ਦੂਜੇ ਜੀਵ 'ਚ ਨਹੀਂ ਜਾਂਦੇ, ਮਤਲਬ ਕੀ ਹੈ ਕਿ ਨਵੀਂ ਸੰਤਾਨ ਪੈਦਾ ਨਹੀਂ ਹੁੰਦੀ, ਠੀਕ ਆ। ਉਹ ਕਿਉਂਕਿ ਉਹ ਕੀ ਨੇਗੇ ਪੂਰਨ ਤੌਰ ਤੇ ਭਿੰਨ ਨੇਗੇ, ਇੱਕ ਡੌਗ ਹੋ ਗਿਆ ਇੱਕ ਮੰਕੀ, ਦੋਨੇ ਪੂਰਨ ਤੌਰ ਤੇ ਭਿੰਨ ਨੇਗੇ, ਇਸ ਲਈ ਉਹਨਾਂ ਵਿੱਚ ਜੀਨ ਦਾ ਪ੍ਰਭਾਵ ਨਹੀਂ ਹੁੰਦਾ, ਠੀਕ ਆ। ਜੀਨ ਦਾ ਪ੍ਰਭਾਵ ਨਹੀਂ, ਠੀਕ ਆ। ਅੰਸ਼ਕ ਰੂਪ ਵਿੱਚ ਭਿੰਨ ਵਿੱਚ ਜੀਨ ਦਾ ਪ੍ਰਭਾਵ ਹੋਊਗਾ, ਜਿਹੜੇ ਪੂਰਨ ਤੌਰ ਤੇ ਭਿੰਨ ਹੋ ਜਾਣਗੇ ਇਹਨਾਂ ਦੇ ਕਾਰਨ ਉਹਨਾਂ ਵਿੱਚ ਪ੍ਰਭਾਵ ਨਹੀਂ ਹੁੰਦਾ, ਠੀਕ ਆ। ਹੁਣ ਦੇਖੋ ਆਪਣੇ ਕੋਲ ਕੀ ਹੈਗਾ ਇੱਕ ਡੱਡੂ ਆ, ਠੀਕ ਆ। ਡੱਡੂ ਦੇ ਵੀ ਕਿਵੇਂ ਪੈਰ ਹੁੰਦਾ ਨਾ, ਡੱਡੂ ਦਾ ਪੈਰ ਕਿਸ ਤਰ੍ਹਾਂ ਦਾ ਹੁੰਦਾ ਦੇਖੋ, ਇਸ ਤਰ੍ਹਾਂ
ਐਵੇਂ ਦੋ ਨਾੜੀਆਂ ਹੁੰਦੀਆਂ ਨੇ ਡੱਡੂ ਦੇ, ਠੀਕ ਆ। ਉਦੋਂ ਬਾਅਦ ਕੀ ਉਹਦਾ ਹੱਥ ਹੁੰਦਾ ਨਾ, ਠੀਕ ਆ, ਇਸ ਤਰ੍ਹਾਂ ਹੁੰਦਾ ਗਾ ਡੱਡੂ ਦਾ, ਠੀਕ ਆ। ਉਵੇਂ ਕੀ ਹੈਗਾ ਛਿਪਕਲੀ, ਠੀਕ ਆ, ਛਿਪਕਲੀ ਦਾ ਹੱਥ ਵੀ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਗਾ, ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ, ਠੀਕ ਆ। ਉਵੇਂ ਕੀ ਹੈਗਾ ਮਨੁੱਖ ਦਾ ਹੱਥ ਵੀ ਇਸ ਤਰ੍ਹਾਂ ਹੀ ਹੁੰਦਾ ਗਾ, ਇੱਥੇ ਇੱਕ ਹੱਡੀ, ਉਸ ਤੋਂ ਬਾਅਦ ਕੀ ਹੈ ਦੋ, ਠੀਕ ਹੈ, ਉਸ ਤੋਂ ਬਾਅਦ ਕੀ ਹੈ ਉਰੇ ਹੱਥ ਹੁੰਦਾ ਗਾ, ਠੀਕ ਹੈ। ਉਵੇਂ ਕੀ ਹੈਗਾ ਇਹ ਕੀ ਹੋ ਗਿਆ ਡੱਡੂ ਦਾ ਹੱਥ ਹੋ ਗਿਆ, ਡੱਡੂ ਲਿਖ ਲਓ, ਠੀਕ ਹੈ। ਆ ਕੀ ਹੋ ਗਈ ਛਿਪਕਲੀ, ਠੀਕ ਹੈ। ਆ ਕੀ ਹੋ ਗਿਆ ਮਨੁੱਖ, ਠੀਕ ਹੈ। ਇੱਕ ਕੀ ਹੈ ਪੰਛੀ, ਪੰਛੀ ਦੇ ਵੀ ਹੱਥ ਇਸ ਤਰ੍ਹਾਂ ਹੀ ਹੁੰਦੇ ਹੈਗੇ, ਠੀਕ ਹੈ। ਤਾਂ ਇਹਨਾਂ ਵਿੱਚ ਕੀ ਹੈਗਾ ਦੇਖੋ, ਇਹਨਾਂ ਵਿੱਚ ਠੀਕ ਹੈ ਸਾਰਿਆਂ ਦੀ ਬਣਤਰ ਕੀ ਹੈਗੀ ਲਗਭਗ ਇੱਕੋ ਜਿਹੀ ਹੈ, ਠੀਕ ਆ। ਡੱਡੂ, ਛਿਪਕਲੀ, ਮਨੁੱਖ ਤੇ ਪੰਛੀ, ਠੀਕ ਆ। ਇਹਨਾਂ ਵਿੱਚ ਕੀ ਹੈਗੀ, ਇਹਨਾਂ ਦੀ ਰਚਨਾ ਕੀ ਹੈਗੀ ਸਮਾਨ ਆ ਗਈ, ਠੀਕ ਆ। ਸਮਾਨ ਕਿਉਂ ਆ ਗਈ, ਕਿਉਂਕਿ ਇਹ ਇੱਕੋ ਜਾਤੀ ਨਾਲ ਸੰਬੰਧਿਤ ਨੇ ਲਗਭਗ, ਠੀਕ ਆ। ਸਮਝਾਤ ਨੇ ਗੀ, ਸਮਝਾਤ ਦਾ ਮਤਲਬ ਕੀ ਹੈਗਾ ਵੀ ਇਹਦੀ ਬਣਤਰ ਬਿਲਕੁਲ ਇਹਨਾਂ ਦੇ ਸਮਾਨ ਆ ਗਈ, ਠੀਕ ਆ। ਤੇ ਇਹ ਕੀ ਹੈਗਾ ਇੱਕੋ ਮਤਲਬ ਕਿ ਇਹਨਾਂ ਦੇ ਵਿਕਾਸ ਦੀ ਜਿਹੜੀ ਦੌਰ ਹੈਗਾ, ਠੀਕ ਆ, ਵਿਕਾਸ ਦਾ ਦੌਰ ਇੱਕੋ ਜਿਹਾ ਇਹਨਾਂ ਦਾ, ਠੀਕ ਆ, ਸਾਰਿਆਂ ਦਾ। ਇਸ ਲਈ ਕਿਹੜੇ ਅੰਗ ਨੇ ਇਹ ਸਮਝਾਤ ਅੰਗ ਨੇ, ਕਿਹੜੇ ਅੰਗ ਨੇ ਸਮਝਾਤ, ਠੀਕ ਆ। ਸਮਝਾਤ ਮਤਲਬ ਕੀ ਹੈਗਾ ਵੀ ਇੱਕੋ ਤਰ੍ਹਾਂ ਦੀ ਉਤਪਤੀ ਇਹਨਾਂ ਦੀ ਇੱਕੋ ਤਰ੍ਹਾਂ ਨਾਲ ਹੋਈ ਆ, ਠੀਕ ਆ। ਜਿਵੇਂ ਉਤਪਤੀ ਇੱਕੋ ਤਰ੍ਹਾਂ ਨਾਲ ਹੋਈ ਆ, ਠੀਕ ਆ। ਸਮਝਾਤ ਅੰਗ ਨੇ ਇਹ, ਸਮਝਾਤ ਅੰਗ, ਠੀਕ ਆ, ਜਾਂ ਸਮਝਾਤ ਲੱਛਣ, ਕਿਉਂਕਿ ਇਹਨਾਂ ਦੀ ਉਤਪਤੀ ਕੀ ਹੈਗੀ ਇਹਨਾਂ ਦੀ ਸਮਾਨ, ਠੀਕ ਆ। ਉਤਪਤੀ ਸਮਾਨ ਆ ਗਈ, ਸਾਰਿਆਂ ਦੀ ਉਤਪਤੀ ਇੱਕੋ ਤਰ੍ਹਾਂ ਨਾਲ ਹੋਈ ਆ, ਠੀਕ ਆ। ਪਰ ਕੀ ਹੈਗਾ ਇਹਨਾਂ ਦਾ ਕਾਰਜ ਕੀ ਅਲੱਗ ਅਲੱਗ ਹੈਗਾ, ਕਾਰਜ ਕੀ ਹੈਗਾ, ਕਾਰਜ ਅਲੱਗ ਅਲੱਗ, ਅਲੱਗ ਅਲੱਗ, ਠੀਕ ਆ। ਜਿਵੇਂ ਕੀ ਹੈਗਾ ਡੱਡੂ, ਠੀਕ ਆ, ਦੇ ਪੈਰ ਨੂੰ ਹੋਰ ਤਰੀਕੇ ਨਾਲ ਵਰਤੂ, ਛਿਪਕਲੀ ਹੋਰ ਤਰੀਕੇ ਨਾਲ, ਮਨੁੱਖ ਹੋਰ ਤਰੀਕੇ ਨਾਲ ਵਰਤੂ, ਪੰਛੀ ਹੋਰ ਤਰੀਕੇ ਨਾਲ ਵਰਤਣਗੇ, ਠੀਕ ਆ। ਤਾਂ ਸਾਰਿਆਂ ਦੀ ਉਤਪਤੀ ਤਾਂ ਪਰ ਇਹਨਾਂ ਦੀ ਸਮਾਨ ਆ ਗਈ, ਇਹਨਾਂ ਦਾ ਕਾਰਜ ਕੀ ਅਲੱਗ ਅਲੱਗ ਆ, ਠੀਕ ਆ। ਤਾਂ ਉਤਪਤੀ ਸਮਾਨ ਤੇ ਕਾਰਜ ਅਲੱਗ ਅਲੱਗ ਹੋਣ ਦੇ ਕਾਰਨ ਇਹਨਾਂ ਨੂੰ ਕੀ ਕਹਿੰਦੇ ਸਮਝਾਤ ਅੰਗ, ਠੀਕ ਆ। ਉਤਪਤੀ ਸਮਾਨ ਹੋਵੇ ਜੀ, ਠੀਕ ਆ, ਉਤਪਤੀ ਇੱਕੋ ਤਰੀਕੇ ਨਾਲ ਹੋਈ ਹੋਵੇ ਤਾਂ ਉਹਨਾਂ ਨੂੰ ਸਮਝਾਤ ਅੰਗ ਕਹਿੰਦੇ ਆ, ਠੀਕ ਆ। ਭਾਵੇਂ ਦੀ ਕਾਰਜ ਉਹਨਾਂ ਦੇ ਅਲੱਗ ਅਲੱਗ ਹੋਣ, ਠੀਕ ਆ। ਇੱਕ ਕੀ ਹੁੰਦੇ ਹੈਗੇ ਅੰਗ, ਜਿਵੇਂ ਕਿ ਇੱਕ ਕੀ ਹੋਇਆ ਚਮਗਿੱਦੜ, ਠੀਕ ਆ। ਚਮਗਿੱਦੜ ਨੂੰ ਆਪਾਂ ਹੋਰ ਕੀ ਕਹਿੰਦੇ ਚਾਮ ਚੜਕ ਕਹਿੰਦੇ ਆ ਨਾ, ਜਿਵੇਂ ਪੰਜਾਬੀ ਦੇ ਵਿੱਚ ਆਪਾਂ ਚਾਮ ਚੜਕ ਵੀ ਕਹਿੰਦੇ ਤੇ ਕੀ ਹੁੰਦਾ ਕੀ ਉਹ ਚਮਗਿੱਦੜ ਨਾ, ਚਮਗਿੱਦੜ ਦੇ ਜਿਹੜੇ ਪੰਖ ਹੁੰਦੇ ਆ, ਠੀਕ ਆ, ਉਹ ਕਿਸ ਤਰ੍ਹਾਂ ਹੁੰਦੇ ਹੈਗੇ ਇਸ ਤਰ੍ਹਾਂ ਹੁੰਦੇ ਆ, ਠੀਕ ਆ। ਆ ਚਮਗਿੱਦੜ ਆ, ਠੀਕ ਆ। ਚਮਗਿੱਦੜ ਦੇ ਪੰਖ ਹੁੰਦੇ ਆ ਜਿਹੜੇ ਜਿਵੇਂ ਆ ਉਰੇ ਐ ਹੁੰਦਾ, ਠੀਕ ਆ। ਹੋਰ ਕੀ ਹੈਗਾ, ਹੋਰ ਕਿਹਦੇ ਪੰਖ ਹੁੰਦੇ ਹੈਗੇ, ਠੀਕ ਆ। ਹੋਰ ਇਹ ਚਮਗਿੱਦੜ ਦੇ ਪੰਖ ਨੇ, ਇੱਕ ਪੰਛੀਆਂ ਦੇ ਪੰਖ ਹੁੰਦੇ ਆ, ਠੀਕ ਆ। ਭਾਈ ਪੰਛੀਆਂ ਦੇ ਪੰਖ ਨੇ, ਠੀਕ ਆ। ਹੁਣ ਦੇਖੋ ਇਹਨਾਂ ਦੋਨਾਂ ਦੇ ਵਿੱਚ ਕੀ ਹੈਗਾ, ਇਹਨਾਂ ਦਾ ਕਾਰਜ ਕੀ ਹੈ ਸਮਾਨ ਹੈਗਾ, ਠੀਕ ਆ। ਚਮਗਿੱਦੜ ਦੇ ਪੰਖ, ਠੀਕ ਆ। ਆ ਕਿਹਦੇ ਨੇ ਪੰਛੀ ਦੇ, ਕੋਈ ਵੀ ਪੰਛੀ ਲੈ ਲਓ, ਠੀਕ ਆ। ਆ ਚਮਗਿੱਦੜ ਦੇ ਪੰਖ ਨੇ, ਆ ਪੰਛੀ ਦੇ ਪੰਖ ਨੇ, ਠੀਕ ਆ। ਇਹਨਾਂ ਦੀ ਕੀ ਹੈਗਾ, ਇਹਨਾਂ ਦਾ ਕਾਰਜ ਕੀ ਹੈਗਾ ਸਮਾਨ ਹੈਗਾ, ਕਾਰਜ ਕੀ ਆ ਸਮਾਨ, ਠੀਕ ਆ। ਪਰ ਉਤਪਤੀ ਦੇ ਵਿੱਚ ਫਰਕ ਆ, ਕਾਰਜ ਕੀ ਹੈ ਸਮਾਨ, ਉਤਪਤੀ ਦੇ ਵਿੱਚ ਫਰਕ ਕਿਵੇਂ ਆ। ਜਿਹੜੇ ਚਮਗਿੱਦੜ ਦੇ ਪੰਖ ਹੁੰਦੇ ਆ, ਠੀਕ ਆ, ਪਹਿਲਾਂ ਕਦੇ ਇਹਨਾਂ ਦੇ ਹੱਥ ਹੁੰਦੇ ਸੀਗੇ ਐਵੇਂ, ਠੀਕ ਆ। ਪਰ ਜਿਹੜੀਆਂ ਇਹਨਾਂ ਦੀਆਂ ਉਂਗਲਾਂ ਸੀਗੀਆਂ, ਉਂਗਲਾਂ ਦੇ ਵਿਚਕਾਰ ਮਾਸ ਆਉਂਦਾ ਗਿਆ, ਠੀਕ ਆ। ਉਂਗਲਾਂ ਦੇ ਵਿੱਚ ਮਾਸ ਆ ਗਿਆ ਤਾਂ ਇਹ ਪੰਖ ਦੀ ਤਰ੍ਹਾਂ ਬਣ ਗਿਆ, ਠੀਕ ਆ। ਜਿਵੇਂ ਆਹ ਇਹਦੀਆਂ ਉਂਗਲਾਂ ਨੇਗੀਆਂ ਆਹ, ਠੀਕ ਆ। ਤਾਂ ਇਹਨਾਂ ਦੇ ਵਿਚਾਲੇ ਕੀ ਆ ਮਾਸ ਭਰਦਾ ਗਿਆ, ਠੀਕ ਆ। ਮਾਸ ਭਰਦਾ ਗਿਆ ਵੇ, ਠੀਕ ਆ। ਤਾਂ ਇਹ ਕੀ ਬਣ ਗਏ ਪੰਖਾਂ ਦੇ ਵਿੱਚ ਬਦਲ ਗਏ, ਠੀਕ ਆ। ਪੰਛੀਆਂ ਦੇ ਜਿਵੇਂ ਪੰਖ ਹੁੰਦੇ ਉਹਨਾਂ ਵਿੱਚ ਬਦਲ ਗਏ, ਠੀਕ ਆ। ਤਾਂ ਇਹਦੀ ਉਤਪਤੀ ਕਿਵੇਂ ਹੋਈ ਆ, ਉਂਗਲਾਂ ਦੇ ਵਿੱਚ ਮਾਸ ਭਰਨ ਨਾਲ, ਠੀਕ ਆ। ਪਰ ਜਿਹੜੇ ਪੰਛੀ ਨੇ, ਠੀਕ ਆ, ਪੰਛੀਆਂ ਦੇ ਫੰਗਾਂ ਦੀ ਉਤਪਤੀ ਕਿਵੇਂ ਹੋਈ ਆ, ਠੀਕ ਆ। ਇਹਨਾਂ ਦੇ ਵਿੱਚ ਕੀ ਹੈਗਾ, ਇਹਨਾਂ ਨੇ ਠੰਡ ਤੋਂ ਬਚਣ ਲਈ, ਠੀਕ ਆ, ਇਹਨਾਂ ਦੇ ਜਿਹੜੇ ਪੰਖ ਨੇ ਉਹ ਵਿਕਸਿਤ ਹੋਏ, ਠੀਕ ਆ। ਪਹਿਲਾਂ ਇਹਨਾਂ ਨੂੰ ਠੰਡ ਤੋਂ ਬਚਣ ਲਈ ਵਰਤਦੇ ਸੀ ਪੰਛੀ, ਠੀਕ ਆ। ਉਸ ਤੋਂ ਬਾਅਦ ਇਹਨੂੰ ਉੱਡਣ ਲਈ ਵੀ ਵਰਤਣ ਲੱਗ ਗਏ, ਠੀਕ ਆ। ਤਾਂ ਇਹਨਾਂ ਦੀ ਉਤਪਤੀ ਠੰਡ ਤੋਂ ਬਚਣ ਲਈ ਹੋਈ ਆ ਅਲੱਗ ਤਰੀਕੇ ਨਾਲ। ਇਹਨਾਂ ਦੀ ਉਤਪਤੀ ਕਿਵੇਂ, ਇਹਨਾਂ ਦੀ ਚਮੜੀ ਤੋਂ ਹੋਈ ਆ, ਠੀਕ ਆ। ਵੀ ਚਮੜੀ ਸੀ ਜਿਹੜੀ ਠੰਡ ਤੋਂ ਬਚਣ ਲਈ ਬਣੀ ਸੀ, ਠੀਕ ਆ। ਉਸੇ ਚਮੜੀ ਨੂੰ ਇਹ ਉੱਡਣ ਲਈ ਵਰਤਣ ਲੱਗ ਗਏ ਪੰਛੀ। ਪਰ ਇਹਦੇ ਵਿੱਚ ਕੀ ਆ, ਉਂਗਲਾਂ ਵਿੱਚ ਮਾਸ ਭਰਿਆ ਸੀ, ਠੀਕ ਆ। ਪਰ ਮਤਲਬ ਕੀ ਹੈਗਾ, ਇਹਦੀ ਉਤਪਤੀ ਅਲੱਗ ਤਰੀਕੇ ਨਾਲ ਹੋਈ ਆ, ਇਹਦੀ ਉਤਪਤੀ ਅਲੱਗ ਤਰੀਕੇ ਨਾਲ, ਠੀਕ ਆ। ਤਾਂ ਕਾਰਜ ਕੀ ਹੈ ਸਮਾਨ ਆ, ਪਰ ਉਤਪਤੀ ਕੀ ਹੈਗੀ, ਉਤਪਤੀ ਕੀ ਹੈ ਅਲੱਗ, ਠੀਕ ਆ।
ਜੇ ਕਾਰਜ ਸਮਾਨ ਹੋਵੇ ਉਤਪਤੀ ਅਲੱਗ ਹੋਵੇ ਤਾਂ ਉਹਨਾਂ ਅੰਗਾਂ ਨੂੰ ਕੀ ਕਹਾਂਗੇ ਆਪਾਂ ਸਮਰੂਪ ਕਹਾਂਗੇ ਸਮਰੂਪ ਅੰਗ ਠੀਕ ਆ ਇਹਨਾਂ ਨੂੰ ਸਮਝਾਤ ਨਹੀਂ ਕਹਿ ਸਕਦੇ ਸਮਝਾਤ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਇਹਦੀ ਉਤਪਤੀ ਅਲੱਗ ਹੋਈ ਹੈ ਇਹਦੀ ਉਤਪਤੀ ਅਲੱਗ ਹੋਈ ਆ ਸਮਝਾਤ ਅੰਗ ਇਹਨਾਂ ਨੂੰ ਕਹਾਂਗੇ ਜਿਨ੍ਹਾਂ ਵਿੱਚ ਕੀ ਆ ਉਤਪਤੀ ਸਮਾਨ ਸੀ ਠੀਕ ਹੈ ਸਾਰਿਆਂ ਦੀ ਉਤਪਤੀ ਇੱਕੋ ਤਰੀਕੇ ਨਾਲ ਹੋਈ ਆ ਪਰ ਕਾਰਜ ਕੀ ਸੀਗਾ ਸਾਰੇ ਅੰਗਾਂ ਦਾ ਅਲੱਗ ਅਲੱਗ ਸੀ ਠੀਕ ਆ ਇਹ ਮੇਨ ਸੀਗਾ ਉਸ ਤੋਂ ਬਾਅਦ ਦੇਖੋ ਵਿਕਾਸ ਦੇ ਪੜਾਅ ਆ ਜਾਂਦੇ ਆ ਠੀਕ ਆ ਵਿਕਾਸ ਦੇ ਪੜਾਅ ਕੀ ਹੈਗਾ ਮਤਲਬ ਕਿ ਜਿਵੇਂ ਕੀ ਹੈਗਾ ਆਹੀ ਹੋ ਗਿਆ ਠੀਕ ਆ ਵੀ ਇਹ ਵਿਕਾਸ ਕਿਵੇਂ ਹੋਇਆ ਠੀਕ ਆ ਵਿਕਾਸ ਮਤਲਬ ਕਿ ਉਤਪਤੀ ਹੋਈ ਠੀਕ ਆ ਉਤਪਤੀ ਸਮਾਨ ਤਰੀਕੇ ਨਾਲ ਹੋਈ ਨਾ ਤਾਂ ਇਹ ਵਿਕਾਸ ਦੇ ਪੜਾਅ ਦੇ ਵਿੱਚ ਹੀ ਆ ਜਾਂਦਾ ਉਵੇਂ ਇਹਦਾ ਵਿਕਾਸ ਕਿਵੇਂ ਹੋਇਆ ਵੀ ਉਂਗਲਾਂ ਦੇ ਵਿੱਚ ਮਾਸ ਭਰ ਗਿਆ ਨਾ ਇਹ ਵਿਕਾਸ ਦੇ ਪੜਾਅ ਸੀਗੇ ਹੋਰ ਕੀ ਹੈਗਾ ਜਿਹੜੇ ਪੰਛੀ ਹੁੰਦੇ ਆ ਠੀਕ ਆ ਆਪਾਂ ਕਰ ਲਿਆ ਵੀ ਉਹਨਾਂ ਦੀ ਕੀ ਚਮੜੀ ਹੁੰਦੀ ਜਿਹੜੀ ਉਹ ਠੰਡ ਤੋਂ ਬਚਣ ਲਈ ਬਣੀ ਸੀ ਬਾਅਦ ਵਿੱਚ ਉਹਨੂੰ ਅਲੱਗ ਤਰੀਕੇ ਨਾਲ ਕੀ ਹੈਗਾ ਉਹ ਉੱਡਣ ਲਈ ਵਰਤਣ ਲੱਗ ਗਏ ਠੀਕ ਆ ਤਾਂ ਕੋਈ ਵੀ ਅੰਗ ਆਗਾ ਠੀਕ ਆ ਉਹ ਕੀ ਹੈਗਾ ਪਹਿਲਾਂ ਉਹਦਾ ਕਾਰਜ ਹੋਰ ਹੋ ਸਕਦਾ ਠੀਕ ਆ ਕਾਰਜ ਕੀ ਹੋ ਸਕਦਾ ਹੋਰ ਹੋ ਸਕਦਾ ਫਿਰ ਕਾਰਜ ਕੀ ਹੈਗਾ ਬਦਲ ਵੀ ਸਕਦਾ ਉਹਦਾ ਠੀਕ ਆ ਕਾਰਜ ਕੀ ਹੈਗਾ ਬਦਲ ਸਕਦਾ ਠੀਕ ਆ ਬਦਲ ਸਕਦਾ ਠੀਕ ਆ ਤਾਂ ਅੰਗ ਦਾ ਕਾਰਜ ਪਹਿਲਾਂ ਮਤਲਬ ਹੋਰ ਹੋਵੇ ਫਿਰ ਹੋਰ ਹੋ ਸਕਦਾ ਠੀਕ ਆ ਜਿਵੇਂ ਪੰਛੀ ਦੇ ਪਹਿਲਾਂ ਠੰਡ ਤੋਂ ਬਚਣ ਲਈ ਵਰਤਦੇ ਸੀ ਫਿਰ ਉੱਡਣ ਲਈ ਵਰਤਣ ਲੱਗੇ ਸੀ ਠੀਕ ਆ ਉਵੇਂ ਕੀ ਹੈਗਾ ਜਿਵੇਂ ਡਾਇਨਾਸੌਰ ਆ ਕੀ ਹੈਗਾ ਡਾਇਨਾਸੌਰ ਠੀਕ ਆ ਜਿਹੜੇ ਡਾਇਨਾਸੌਰ ਦੇ ਵੀ ਕੀ ਹੁੰਦੇ ਸੀਗੇ ਪੰਖ ਹੁੰਦੇ ਸੀ ਡਾਇਨਾਸੌਰ ਦੇ ਪੰਖ ਹੁੰਦੇ ਸੀ ਕੀ ਤੋਂ ਬਚਣ ਲਈ ਪੰਖ ਜਿਹੜੇ ਪੰਛੀ ਪੰਖ ਲਿਖਦੇ ਨੇ ਉਹਦੇ ਪੰਖ ਹੁੰਦੇ ਸੀ ਜਿਹੜੇ ਡਾਇਨਾਸੌਰ ਦੇ ਉਹ ਠੰਡ ਤੋਂ ਬਚਣ ਲਈ ਬਣੇ ਸੀ ਠੰਡ ਤੋਂ ਬਚਣ ਲਈ ਠੀਕ ਆ ਪਰ ਕੀ ਹੈਗੇ ਇਹ ਪੰਖਾਂ ਨੂੰ ਇਹ ਉੱਡਣ ਲਈ ਨਹੀਂ ਵਰਤਦੇ ਸੀ ਡਾਇਨਾਸੌਰ ਠੀਕ ਆ ਮਤਲਬ ਕੀ ਹੈਗਾ ਉਸ ਤੋਂ ਬਾਅਦ ਕੀ ਇਹ ਠੰਡ ਤੋਂ ਬਚਣ ਲਈ ਵਰਤਦੇ ਸਿਰਫ ਪੰਖਾਂ ਨੂੰ ਆਪਦੇ ਨੂੰ ਠੀਕ ਆ ਉਸ ਤੋਂ ਬਾਅਦ ਜਿਹੜੇ ਪੰਛੀ ਸੀਗੇ ਠੀਕ ਆ ਪੰਛੀਆਂ ਨੇ ਬਾਅਦ ਵਿੱਚ ਠੀਕ ਆ ਬਾਅਦ ਵਿੱਚ ਇਹਨਾਂ ਨੂੰ ਜਿਹੜੇ ਪੰਖ ਸੀ ਪੰਛੀਆਂ ਦੇ ਆਏ ਸੀਗੇ ਉਹ ਕੀ ਉਹਨੂੰ ਕਿਹਦੇ ਵਾਸਤੇ ਵਰਤਣ ਲੱਗੇ ਸੀਗੇ ਉੱਡਣ ਲਈ ਠੀਕ ਆ ਬਾਅਦ ਵਿੱਚ ਪੰਖ ਸੀ ਜਿਹੜੇ ਉਹਨਾਂ ਨੂੰ ਕਿਹਦੇ ਲਈ ਵਰਤਣ ਲੱਗੇ ਉਹ ਉੱਡਣ ਲਈ ਠੀਕ ਆ ਤਾਂ ਮਤਲਬ ਕੀ ਹੈਗਾ ਪਹਿਲਾਂ ਤਾਂ ਇਹ ਦੋਨੇ ਦੇਖੋ ਇਹਦੇ ਵਿੱਚ ਵੀ ਪੰਖ ਸੀਗੇ ਠੀਕ ਆ ਇਹਦੇ ਵਿੱਚ ਵੀ ਪੰਖ ਪੈਦਾ ਹੋਏ ਨਾ ਤਾਂ ਪੰਖ ਕੀ ਹੈਗਾ ਇੱਕੋ ਜਿਹੇ ਨੇ ਨਾ ਇਹਨਾਂ ਦੇ ਤਾਂ ਮਤਲਬ ਕੀ ਹੈ ਇੱਕੋ ਜਾਤੀ ਨਾਲ ਸੰਬੰਧਿਤ ਨੇ ਦੋਨੇ ਕੀ ਨੇ ਇੱਕੋ ਜਾਤੀ ਨਾਲ ਸੰਬੰਧਿਤ ਹੋ ਸਕਦੇ ਆ ਮਤਲਬ ਜਿਹੜੇ ਪੰਛੀ ਨੇਗੇ ਠੀਕ ਆ ਉਹ ਕਿੰਨਾਂ ਨਾਲ ਸੰਬੰਧਿਤ ਹੋ ਸਕਦੇ ਹੈਗੇ ਡਾਇਨਾਸੌਰ ਨਾਲ ਸੰਬੰਧਿਤ ਹੋ ਸਕਦੇ ਹੈਗੇ ਰਿੰਗਣ ਵਾਲੇ ਜੀਵਾਂ ਨਾਲ ਸੰਬੰਧਿਤ ਹੋ ਸਕਦੇ ਆ ਠੀਕ ਆ ਤਾਂ ਇਹ ਮੇਨ ਸੀਗਾ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਹੋਰ ਕੀ ਹੈਗਾ ਇੱਕ ਹੁੰਦੇ ਆਪਣੇ ਕੋਲ ਪਥਰਾਟ ਹੈ ਨਾ ਪਥਰਾਟ ਹੁੰਦੇ ਕੀ ਨੇ ਠੀਕ ਆ ਪਥਰਾਟ ਜਿਹੜੇ ਹੁੰਦੇ ਹੈਗੇ ਉਹ ਕੀ ਹੈਗਾ ਜਿਵੇਂ ਕੀ ਹੈਗਾ ਆਪਣੇ ਕੋਲ ਜੀਵ ਆ ਨਾ ਜਿਹੜਾ ਕੋਈ ਜੀਵ ਮਰ ਗਿਆ ਠੀਕ ਆ ਤਾਂ ਉਹਦੇ ਸਰੀਰ ਦਾ ਅਪਘਟਨ ਹੋ ਜਾਂਦਾ ਆਪਾਂ ਨੂੰ ਪਤਾ ਹੈਗਾ ਠੀਕ ਆ ਪਰ ਕਈ ਵਾਰ ਕੀ ਹੁੰਦਾ ਹੈਗਾ ਕੋਈ ਜੀਵ ਮਰ ਗਿਆ ਠੀਕ ਆ ਉਹਦੇ ਸਰੀਰ ਦਾ ਅਪਘਟਨ ਨਹੀਂ ਹੁੰਦਾ ਠੀਕ ਆ ਜਿਵੇਂ ਕੋਈ ਜੀਵ ਮਰ ਗਿਆ ਗਰਮ ਮਿੱਟੀ ਦੇ ਵਿੱਚ ਠੀਕ ਆ ਤਾਂ ਉਹਦਾ ਸਰੀਰ ਸੀ ਜਿਹੜਾ ਉਹ ਕਠੋਰ ਹੋ ਗਿਆ ਠੀਕ ਆ ਸਖਤ ਹੋ ਗਿਆ ਜ਼ਿਆਦੇ ਤੇ ਉਹਦਾ ਅਪਘਟਨ ਨਹੀਂ ਹੋਇਆ ਠੀਕ ਆ ਤਾਂ ਜਿਹੜੀ ਉਹਦਾ ਅਪਘਟਨ ਨਾ ਹੋਣ ਕਾਰਨ ਸਹੀ ਤਰੀਕੇ ਨਾਲ ਤਾਂ ਉਹਦੀ ਛਾਂਪ ਰਹਿ ਜਾਂਦੀ ਹੈ ਮਿੱਟੀ ਦੇ ਵਿੱਚ ਠੀਕ ਆ ਜਿਨ੍ਹਾਂ ਨੂੰ ਕੀ ਕਹਿੰਦੇ ਆ ਪਥਰਾਟ ਠੀਕ ਆ ਤਾਂ ਸਰੀਰ ਦਾ ਅਪਘਟਨ ਨਹੀਂ ਹੁੰਦਾ ਠੀਕ ਆ ਅਪਘਟਨ ਨਾ ਹੋਣ ਕਾਰਨ ਠੀਕ ਆ ਕਾਰਨ ਠੀਕ ਆ ਸਰੀਰ ਦਾ ਅਪਘਟਨ ਨਹੀਂ ਹੁੰਦਾ ਜਿਵੇਂ ਸਰੀਰ ਕਠੋਰ ਹੋ ਜਾਂਦਾ ਕਈ ਵਾਰ ਮਿੱਟੀ 'ਚ ਠੀਕ ਆ ਨਾ ਹੋਣ ਕਾਰਨ ਕੀ ਹੈਗੀ ਮਿੱਟੀ ਵਿੱਚ ਛਾਂਪ ਰਹਿ ਜਾਂਦੀ ਮਿੱਟੀ ਵਿੱਚ ਛਾਂਪ ਰਹਿ ਜਾਂਦੀ ਸਰੀਰ ਦੀ ਠੀਕ ਆ ਛਾਂਪ ਰਹਿਣਾ ਠੀਕ ਆ ਮਿੱਟੀ ਵਿੱਚ ਛਾਂਪ ਰਹਿ ਜਾਂਦੀ ਹੈ ਕਿ ਸਰੀਰ ਦੀ ਅਪਘਟਨ ਨਾ ਹੋਣ ਕਾਰਨ ਉਹਨੂੰ ਕੀ ਕਹਿੰਦੇ ਆ ਪਥਰਾਟ ਕਹਿੰਦੇ ਆ ਠੀਕ ਆ ਹੁਣ ਕੋਈ ਪਥਰਾਟ ਠੀਕ ਆ ਜਿਵੇਂ ਲੱਭ ਲਿਆ ਠੀਕ ਆ ਆਪਾਂ ਨੂੰ ਪਤਾ ਕਿਵੇਂ ਲੱਗੂ ਵੀ ਇਹ ਕਿੰਨਾ ਕੁ ਪੁਰਾਣਾ ਨਾ ਤਾਂ ਇਹਦੇ ਲਈ ਕੀ ਹੈਗਾ ਪਥਰਾਟ ਦੇ ਵੀ ਕਿੰਨਾ ਪੁਰਾਣਾ ਹੈਗਾ ਇਹਨੂੰ ਜਾਣਨ ਲਈ ਠੀਕ ਆ ਤਾਂ ਕੀ ਹੈਗਾ ਦੋ ਤਰੀਕੇ ਨੇਗੇ ਇੱਕ ਹੈਗਾ ਸਾਪੇਖਿਕ ਤਰੀਕਾ ਠੀਕ ਆ ਸਾਪੇਖਿਕ ਤਰੀਕਾ ਠੀਕ ਆ ਇੱਕ ਕੀ ਹੈਗਾ ਫਾਸਿਲ ਡੇਟਿੰਗ ਠੀਕ ਆ ਦੋ ਤਰੀਕੇ ਨੇ ਇੱਕ ਸਾਪੇਖਿਕ ਤਰੀਕਾ ਇੱਕ ਫਾਸਿਲ ਡੇਟਿੰਗ ਠੀਕ ਆ ਕੀ ਜਾਣਨ ਲਈ ਵੀ ਪਥਰਾਟ ਕਿੰਨਾ ਪੁਰਾਣਾ ਠੀਕ ਆ ਕਿੰਨਾ ਪੁਰਾਣਾ ਇਹ ਜਾਣਨ ਲਈ ਕਿੰਨਾ ਪੁਰਾਣਾ ਪਥਰਾਟ
ਠੀਕ ਆ। ਕਿੰਨਾ ਪੁਰਾਣਾ ਪਥਰਾਟ ਹੈਗਾ ਇਹ ਜਾਣਨ ਲਈ ਦੋ ਤਰੀਕੇ ਨੇ, ਸਾਪੇਖਿਕ ਤਰੀਕਾ, ਫਾਸਲ ਡੇਟਿੰਗ। ਠੀਕ ਆ, ਸਾਪੇਖਿਕ ਦਾ ਮਤਲਬ ਕੀ ਆ, ਰਿਲੇਟਿਵ। ਠੀਕ ਆ, ਵੀ ਇਹਦੇ ਵਿੱਚ ਰਿਲੇਟ ਕਰਦੇ ਆ। ਠੀਕ ਆ, ਜਿਵੇਂ ਕੀ ਹੈਗਾ ਆਪਾਂ ਖੁਦਾਈ ਕਰਨ ਲੱਗ ਗਏ। ਠੀਕ ਆ, ਜਿਹੜਾ ਪਥਰਾਟ ਉੱਪਰੋਂ ਮਿਲੂਗਾ, ਠੀਕ ਆ, ਉਹ ਕੀ ਹੋਊਗਾ, ਨਵਾਂ ਹੋਊਗਾ। ਠੀਕ ਆ, ਜਿਹੜਾ ਘੱਟ ਉਦੋਂ ਨੀਵਾਂ ਮਿਲੂਗਾ ਮਿੱਟੀ ਦੇ ਵਿੱਚ, ਉਹ ਕੀ ਹੋਊਗਾ, ਪੁਰਾਣਾ। ਠੀਕ ਆ, ਤਾਂ ਸਾਪੇਖਿਕ ਤਰੀਕਾ ਹੀ ਹੈਗਾ ਵੀ ਜੇ ਦੋ ਪਥਰਾਟ ਲੱਭਦੇ ਨੇ, ਠੀਕ ਆ, ਜਿਹੜਾ ਤਾਂ ਮਿਲੂਗਾ ਘੱਟ ਡੂੰਘਾਈ ਤੇ ਮਿੱਟੀ ਦੇ ਉੱਪਰ ਹੀ ਮਿਲ ਜੂਗਾ ਜ਼ਿਆਦੇ। ਠੀਕ ਆ, ਉਹ ਕੀ ਹੋਊਗਾ, ਘੱਟ ਕੀ ਹੋਊਗਾ, ਘੱਟ ਪੁਰਾਣਾ। ਠੀਕ ਆ, ਜਿਹੜਾ ਕੀ ਆ ਡੂੰਘਾਈ 'ਚ ਮਿਲੂਗਾ ਮਿੱਟੀ ਦੇ, ਉਹ ਕੀ ਹੋਊਗਾ, ਜ਼ਿਆਦਾ ਪੁਰਾਣਾ। ਠੀਕ ਆ, ਉਰੇ ਲਿਖ ਦਿੰਦੇ ਆਪਾਂ ਸਾਪੇਖਿਕ ਤਰੀਕੇ ਦੇ ਵਿੱਚ, ਜੇ ਘੱਟ ਡੂੰਘਾਈ ਤੇ ਮਿਲਦਾ, ਘੱਟ ਡੂੰਘਾਈ। ਠੀਕ ਆ, ਘੱਟ ਡੂੰਘਾਈ ਮਤਲਬ ਕਿ ਮਿੱਟੀ ਵਿੱਚ ਹੀ ਹੁੰਦੀ ਹੈ ਸ਼ਾਮਤਾ ਇਹਨਾਂ ਦੀ, ਘੱਟ ਡੂੰਘਾਈ ਤੇ ਮਿਲੇ ਤਾਂ ਘੱਟ ਪੁਰਾਣਾ। ਠੀਕ ਆ, ਘੱਟ ਪੁਰਾਣਾ ਪਥਰਾਟ ਹੈਗਾ। ਜੇ ਕੀ ਹੈਗਾ ਵੱਧ ਡੂੰਘਾਈ ਤੇ ਮਿਲੇ, ਠੀਕ ਹੈ, ਤਾਂ ਉਹ ਕੀ ਹੋਊਗਾ, ਵੱਧ ਪੁਰਾਣਾ। ਠੀਕ ਹੈ, ਹੁਣ ਇਹ ਆਪਾਂ ਨੂੰ ਪਤਾ ਲੱਗ ਗਿਆ। ਠੀਕ ਆ, ਵੀ ਜਿਹੜੇ ਮੈਂ ਯਾਰ ਮੰਨ ਲਓ ਇੱਕ ਪੱਥਰਾ ਕੀ ਹੈਗਾ, ਘੋੜਾ ਹੈਗਾ ਨਾ, ਤਾਂ ਘੋੜਾ ਜੇ ਜਿਹੜਾ ਡਾਇਨਾਸੌਰ ਆ, ਠੀਕ ਆ, ਉਹ ਮਿੱਟੀ ਵਿੱਚ ਦਬ ਗਿਆ। ਠੀਕ ਆ, ਉਹ ਦਬ ਗਿਆ, ਉਹਦੇ ਤੇ ਮਿੱਟੀ ਪੈ ਗਈ ਹਨਾ। ਉਸ ਤੋਂ ਬਾਅਦ ਉਸੇ ਥਾਂ ਦੇ ਉੱਤੇ ਮਿੱਟੀ ਦੇ ਉੱਪਰ ਇੱਕ ਘੋੜਾ ਆ ਗਿਆ, ਘੋੜਾ ਵੀ ਮਿੱਟੀ ਦੇ ਵਿੱਚ ਦਬ ਗਿਆ। ਠੀਕ ਹੈ, ਮਰ ਕੇ। ਤਾਂ ਬਾਅਦ ਵਿੱਚ ਘੋੜਾ ਆਇਆ। ਠੀਕ ਆ, ਮਤਲਬ ਕਿ ਬਾਅਦ ਵਿੱਚ ਘੋੜਾ ਆਇਆ, ਘੋੜਾ ਘੱਟ ਪੁਰਾਣਾ ਹੈਗਾ ਉਹਦਾ ਪਥਰਾਟ। ਠੀਕ ਆ, ਜਿਹੜਾ ਵੱਧ ਡੂੰਘਾਈ ਤੇ ਸੀ, ਜਿਹੜਾ ਪਹਿਲਾਂ ਆਇਆ ਸੀ, ਉਹ ਕੀ ਹੈਗਾ, ਵੱਧ ਪੁਰਾਣਾ। ਠੀਕ ਆ, ਉਸ ਤੋਂ ਬਾਅਦ ਹੈਗਾ ਫਾਸਲ ਡੇਟਿੰਗ। ਫਾਸਲ ਡੇਟਿੰਗ ਵੀ ਇੱਕ ਤਰੀਕਾ ਹੈਗਾ। ਠੀਕ ਆ, ਇਹ ਕੀ ਹੈਗਾ, ਇਹਦੇ ਵਿੱਚ ਰਿਲੇਟ ਨਹੀਂ ਕਰਦੇ। ਠੀਕ ਆ, ਇਹਦੇ ਵਿੱਚ ਕੀ ਕਰਦੇ ਨੇਗੇ, ਕਾਰਬਨ। ਠੀਕ ਆ, ਆਪਾਂ ਨੂੰ ਪਤਾ ਵੀ ਸਾਰੇ ਜੀਵਾਂ 'ਚ ਕੀ ਹੁੰਦਾ, ਕਾਰਬਨ ਹੁੰਦਾ। ਠੀਕ ਆ, ਤਾਂ ਇਹਦੇ ਵਿੱਚ ਕਾਰਬਨ ਦੇ ਦੋ ਆਈਸੋਟੋਪ ਲੈ ਲੈਂਦੇ ਆ। ਕੀ ਲੈ ਲੈਂਦੇ ਆ, ਆਈਸੋਟੋਪ। ਠੀਕ ਆ, ਆਈਸੋਟੋਪ ਮਤਲਬ ਕੀ ਹੈਗਾ, C14 ਤੇ C16। ਠੀਕ ਆ, ਦੋ ਆਈਸੋਟੋਪ ਮਤਲਬ ਜਿਨ੍ਹਾਂ ਦਾ ਕੀ ਹੈਗਾ, ਜਿਹੜਾ ਕੀ ਹੈਗਾ, ਜਿਹੜਾ ਅੰਕ ਹੁੰਦਾ। ਠੀਕ ਆ, ਤਾਂ ਉਹ ਕੀ ਹੁੰਦਾ ਹੈਗਾ, ਸਮਾਨ ਹੋਵੇ। ਠੀਕ ਆ, ਜਿਵੇਂ ਇਹਦਾ 6 ਹੁੰਦਾ, ਕਾਰਬਨ 6 ਨੰਬਰ ਤੇ ਹੁੰਦਾ, ਪਰ ਇਹਨਾਂ ਦਾ ਪੁੰਜ ਕੀ ਹੋਵੇ, ਅਲੱਗ ਅਲੱਗ। ਇਹਦਾ 14 ਹੈਗਾ, ਇਹਦਾ ਕੀ ਹੈਗਾ, 16। ਠੀਕ ਆ, ਤਾਂ ਇਹਦਾ ਤੁਹਾਨੂੰ ਪਤਾ ਲੱਗ ਜਾਣਾ ਵੀ ਪਰਮਾਣੂ ਪੁੰਜ ਕੀ ਹੋਵੇ, ਅਲੱਗ ਅਲੱਗ, ਪਰਮਾਣੂ ਅੰਕ ਕੀ ਹੋਵੇ, ਸਮਾਨ। ਉਹ ਕੀ ਹੁੰਦਾ, ਆਈਸੋਟੋਪ। ਠੀਕ ਆ, ਆਈਸੋਟੋਪ ਵੀ ਤੁਸੀਂ ਸਮਝ ਲਓ, ਆਈਸੋਟੋਪ। ਠੀਕ ਆ, ਆਈਸੋਟੋਪ ਕੀ ਹੁੰਦਾ ਹੈਗਾ, ਪਰਮਾਣੂ ਪੁੰਜ, ਪਰਮਾਣੂ ਅੰਕ ਕੀ ਹੁੰਦਾ ਹੈਗਾ, ਸਮਾਨ। ਠੀਕ ਆ, ਜਿਵੇਂ ਇਹਦਾ ਵੀ ਕਾਰਬਨ ਦਾ 6 ਹੈ, ਇਹਦਾ ਵੀ ਕੀ ਹੈ, 6। ਠੀਕ ਆ, ਪਰ ਕੀ ਹੈਗਾ, ਪਰਮਾਣੂ ਪੁੰਜ ਕੀ ਹੁੰਦਾ, ਅਲੱਗ, ਪਰਮਾਣੂ ਪੁੰਜ ਅਲੱਗ। ਠੀਕ ਆ, ਜਿਵੇਂ ਇਹਦਾ ਪਰਮਾਣੂ ਪੁੰਜ ਕਿੰਨਾ, 14, ਇਹਦਾ ਕਿੰਨਾ ਹੈਗਾ, 16। ਠੀਕ ਆ, ਤਾਂ ਆਪਾਂ ਟੌਪ ਦੇ ਉੱਤੇ ਉੱਪਰ ਲਿਖਦੇ ਹੁੰਦੇ ਆ ਪਰਮਾਣੂ ਪੁੰਜ। ਠੀਕ ਆ, ਤਾਂ ਇਹ ਦੋਨੇ ਕਾਰਬਨ ਹੁੰਦੇ ਆ ਹਰੇਕ ਜੀਵ 'ਚ। ਠੀਕ ਆ, ਤਾਂ ਇਹ ਕਾਰਬਨਾਂ ਦਾ ਕੀ ਕਰ ਦਿੰਦਾ, ਉਹ ਅਨੁਪਾਤ ਪਤਾ ਕਰਦੇ ਆ। ਠੀਕ ਆ, ਵੀ ਇਹਦੇ ਸਮਸਥਾਨਕ ਨੇ ਜਿਹੜੇ। ਠੀਕ ਆ, ਵੀ ਉਹਨਾਂ ਦਾ ਅਨੁਪਾਤ ਕਿੰਨਾ ਗਾ, ਉਸ ਹਿਸਾਬ ਨਾਲ ਉਹ ਕੀ ਹੈਗਾ, ਉਹਦੀ ਉਮਰ ਦੇਖਦੇ ਨੇ ਕਿ ਪਥਰਾਟ ਕਿੰਨਾ ਪੁਰਾਣਾ। ਠੀਕ ਆ, ਤਾਂ ਇਹ ਫਾਸਲ ਡੇਟਿੰਗ ਦੇ ਵਿੱਚ ਆਈਸੋਟੋਪਾਂ ਦਾ ਕੀ ਕਰਦੇ, ਉਹਨਾਂ ਦਾ ਅਨੁਪਾਤ ਪਤਾ ਕਰਦੇ ਆ, ਜਿਹਦੇ ਨਾਲ ਉਹਦੀ ਉਮਰ ਪਤਾ ਲੱਗ ਜਾਂਦੀ ਆ। ਠੀਕ ਆ, ਉਸ ਤੋਂ ਬਾਅਦ ਦੇਖੋ ਇਹ ਦੋ ਤਰੀਕੇ ਪਥਰਾਟ ਦੀ ਉਮਰ ਪਤਾ ਕਰਨ ਲਈ ਸੀ। ਠੀਕ ਆ, ਉਸ ਤੋਂ ਬਾਅਦ ਹੋਰ ਕੀ ਆ ਜਾਂਦਾ ਇਹਦੇ ਵਿੱਚ, ਜਿਹੜਾ ਆਪਣੇ ਕੋਲ। ਠੀਕ ਹੈ, ਇਹ ਪਤਾ ਲੱਗ ਗਿਆ ਵੀ ਆਪਾਂ ਨੂੰ ਪਥਰਾਟ ਦੀ ਉਮਰ ਪਤਾ ਕਰਨ ਲਈ ਆ। ਠੀਕ ਆ, ਇਹ ਕੀ ਹੋ ਗਿਆ, ਵਿਕਾਸ ਦੇ ਪੜਾਅ ਹੋ ਗਏ। ਠੀਕ ਆ, ਵੀ ਡਾਇਨਾਸੌਰ ਪਹਿਲਾਂ ਕੀ ਸੀ, ਪੰਖ ਉਹ ਠੰਡ ਤੋਂ ਬਚਣ ਲਈ ਸੀ, ਪੰਛੀ ਕੀ ਉਹਨੂੰ ਉੱਡਣ ਲਈ ਵਰਤਣ ਲੱਗੇ। ਠੀਕ ਆ, ਮਤਲਬ ਦੋਨੇ ਕੀ ਨੇ, ਰਿੰਗਣ ਵਾਲੀਆਂ ਜਾਤੀਆਂ ਨਾਲ ਸੰਬੰਧ ਰੱਖਦੇ ਹੈਗੇ। ਪੰਛੀ ਵੀ ਜ਼ਿਆਦਾ ਕਿਹਦੇ ਨਾਲ ਸੰਬੰਧ ਰੱਖਦੇ ਹੈਗੇ, ਰਿੰਗਣ ਵਾਲੇ ਜੀਵ। ਠੀਕ ਆ, ਰਿੰਗਣ ਵਾਲੇ ਜੀਵਾਂ ਨਾਲ ਸੰਬੰਧ ਰੱਖਦੇ ਆ। ਠੀਕ ਆ, ਕਿਉਂਕਿ ਕੀ ਹੈਗਾ, ਜਿਹੜਾ ਡਾਇਨਾਸੌਰ ਆ ਉਹ ਵੀ ਕੀ ਹੈ, ਰਿੰਗਣ ਵਾਲਾ ਜੀਵ ਆ। ਠੀਕ ਆ, ਰਿੰਗਣ ਵਾਲੇ ਜੀਵਾਂ ਨਾਲ ਜੀਵ। ਠੀਕ ਆ, ਰਿੰਗਣ ਵਾਲੇ ਜੀਵਾਂ ਨਾਲ ਪੰਛੀ ਕੀ ਰੱਖਦੇ, ਸਮਾਨਤਾ ਰੱਖਦੇ ਹੈਗੇ, ਕਿਉਂਕਿ ਉਹਨਾਂ ਦੇ ਵੀ ਪੰਖ, ਇਹਨਾਂ ਦੇ ਵੀ ਪੰਖ। ਠੀਕ ਆ, ਉਸ ਤੋਂ ਬਾਅਦ ਕੀ ਹੈਗਾ, ਆਪਾਂ ਆ ਵੀ ਕਰ ਲਿਆ। ਠੀਕ ਆ, ਵੀ ਅੰਗ ਆ ਜਿਹੜਾ, ਉਹਦਾ ਕਾਰਜ ਕੀ ਹੈ, ਬਦਲ ਸਕਦਾ ਗਾ। ਠੀਕ ਆ, ਉਸ ਤੋਂ ਬਾਅਦ ਹੋਰ ਕੀ ਕਰ ਲਿਆ, ਸਮਰੂਪ ਅੰਗ ਕਰ ਲਏ। ਠੀਕ ਆ, ਸਮਰੂਪ ਅੰਗ ਜਿਨ੍ਹਾਂ ਦਾ ਕੀ ਹੈਗਾ, ਰੂਪ ਤਾਂ ਸਮਾਨ ਹੋਵੇ, ਪਰ ਉਹਨਾਂ ਦੀ ਕੀ ਹੈ, ਜਾਤ ਕੀ ਹੋਵੇ, ਅਲੱਗ ਅਲੱਗ, ਉਹਨਾਂ ਦੀ ਉਤਪਤੀ ਅਲੱਗ ਅਲੱਗ ਹੋਵੇ। ਠੀਕ ਆ, ਉਸ ਤੋਂ ਬਾਅਦ ਆਹ ਵੀ ਕਰ ਲਿਆ ਆਪਾਂ, ਸਮਝਾਤ ਅੰਗ ਕਰ ਲਏ। ਠੀਕ ਆ, ਉਸ ਤੋਂ ਬਾਅਦ ਕੀ ਹੈਗਾ, ਅੰਸ਼ਿਕ ਤੌਰ ਤੇ ਭਿੰਨ ਹੁੰਦੇ ਆ, ਪੂਰਨ ਤੌਰ ਤੇ ਭਿੰਨ। ਠੀਕ ਹੈ, ਇਹ ਹੋ ਗਏ। ਉਸ ਤੋਂ ਬਾਅਦ ਇਸ ਚੈਪਟਰ ਦੇ ਵਿੱਚ ਕੀ ਹੈ, ਦੇਖੋ ਵੀ ਜਿਹੜਾ ਆਪਾਂ ਕਰ ਲਿਆ ਪਥਰਾਟ ਦੀ ਉਮਰ, ਇਹਨਾਂ ਦੇ ਆਈਸੋਟੋਪਾਂ ਦੇ ਅਨੁਪਾਤ ਦੇ ਆਧਾਰ ਤੇ। ਠੀਕ ਆ, ਵੀ ਇਹਨਾਂ ਦਾ ਅਨੁਪਾਤ ਪਤਾ ਕਰਦੇ ਆਗੇ। ਠੀਕ ਆ, ਵੀ ਅਨੁਪਾਤ ਕੀ ਆ, ਉਸ ਦੇ ਆਧਾਰ ਤੇ ਉਮਰ ਤੈਅ ਕਰਦੇ ਨੇ। ਠੀਕ ਆ, ਉਸ ਤੋਂ ਬਾਅਦ ਕੀ ਹੈਗਾ ਆਪਣੇ ਕੋਲ, ਵੀ ਜਿਹੜਾ ਜੀਵ ਆ, ਠੀਕ ਆ, ਉਹ ਵਿਕਾਸ ਕਰ ਰਿਹਾ। ਠੀਕ ਹੈ, ਜਿਵੇਂ ਆ ਪੰਛੀ ਵਿਕਾਸ ਕਰ ਰਹੇ ਨੇ, ਪਹਿਲਾਂ ਇਹਨਾਂ ਦੇ ਪੰਛ ਠੰਡ ਤੋਂ ਬਚਣ ਲਈ ਸੀ ਪੰਖ,
ਉਸ ਤੋਂ ਬਾਅਦ ਇਹ ਉੱਡਣ ਲਈ ਵਰਤਣ ਲੱਗੇ, ਠੀਕ ਆ। ਤਾਂ ਇਹਨਾਂ ਦਾ ਵਿਕਾਸ ਹੋਇਆ, ਠੀਕ ਆ। ਉਵੇਂ ਕੀ ਆ, ਜੀਵ ਦਾ ਵੀ ਵਿਕਾਸ ਹੁੰਦਾ ਨਾ। ਤਾਂ ਕੀ ਹੈਗਾ, ਕਈ ਲੋਕ ਕਹਿੰਦੇ ਵੀ ਜਿਹੜਾ ਮਨੁੱਖ ਹੈਗਾ ਉਹ ਜੀਵ ਵਿਕਾਸ ਦੇ ਸਿਖਰ ਤੇ ਆ, ਠੀਕ ਆ, ਵੀ ਮਨੁੱਖ ਆ ਜਿਹੜਾ ਉਹ ਜੀਵ ਵਿਕਾਸ ਦੇ ਸਿਖਰ ਤੇ ਆ, ਠੀਕ ਆ। ਪਰ ਇਹ ਸਹੀ ਨਹੀਂ ਹੈਗਾ, ਮਨੁੱਖ ਜੀਵ ਵਿਕਾਸ ਦੇ ਸਿਖਰ ਤੇ ਨਹੀਂ ਹੈਗਾ, ਠੀਕ ਆ, ਵਿਕਾਸ ਦੇ ਸਿਖਰ ਤੇ ਨਹੀਂ, ਠੀਕ ਆ। ਮਨੁੱਖ ਜੀਵ ਵਿਕਾਸ ਦੇ ਸਿਖਰ ਤੇ ਨਹੀਂ ਹੈਗਾ, ਠੀਕ ਆ। ਜੀਵ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਵਿਚਾਲੇ ਆ, ਠੀਕ ਆ। ਜੀਵ ਵਿਕਾਸ ਹੋ ਰਿਹਾ ਮਨੁੱਖ ਦਾ, ਠੀਕ ਆ। ਜੀਵ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਵਿਚਾਲੇ ਹੈਗਾ, ਠੀਕ ਆ। ਜੀਵ ਵਿਕਾਸ, ਇਹਦੇ ਜੀਵ ਵਿਕਾਸ ਹੋ ਰਿਹਾ ਹਜੇ ਵੀ, ਠੀਕ ਆ, ਠੀਕ ਆ। ਤਾਂ ਜੀਵ ਵਿਕਾਸ ਵਿੱਚ ਪੈਦਾ ਹੋਈ ਇੱਕ ਸਪੀਸੀਜ਼ ਆ, ਠੀਕ ਆ, ਇੱਕ ਜਾਤ ਆ ਗਈ ਮਨੁੱਖ ਜਿਹੜਾ ਜੀਵ ਵਿਕਾਸ ਦੇ ਵਿੱਚ ਪੈਦਾ ਹੋਇਆ, ਠੀਕ ਆ। ਉਸ ਤੋਂ ਬਾਅਦ ਕੀ ਹੈਗਾ, ਆਪਣੇ ਕੋਲ ਕੀ ਹੈਗਾ ਵੀ ਜਿਹੜੀ ਆਪਣੀ ਉਤਪਤੀ ਆ, ਠੀਕ ਆ, ਉਹ ਕਿੱਥੋਂ ਹੋਈ, ਠੀਕ ਆ। ਤਾਂ ਜਿਹੜੀ ਮਨੁੱਖ ਦੀ ਸਭ ਤੋਂ ਪੁਰਾਣੀ ਜਾਤ ਆ ਗਈ ਉਹ ਕੀ ਅਫਰੀਕਾ ਵਿੱਚ ਰਹਿੰਦੀ ਸੀਗੀ, ਠੀਕ ਆ। ਸਭ ਤੋਂ ਪੁਰਾਣੀ ਜਿਹੜੀ ਆਪਣੀ ਪੁਰਖੇ ਨੇ, ਠੀਕ ਆ, ਉਹ ਕਿਹਦੇ ਵਿੱਚ ਰਹਿੰਦੇ ਸੀ, ਅਫਰੀਕਾ ਵਿੱਚ, ਠੀਕ ਆ। ਜਿਨ੍ਹਾਂ ਦਾ ਨਾਂ ਕੀ ਰੱਖਿਆ ਹੋਇਆ ਹੋਮੋ ਸੇਪੀਅਨਜ਼, ਹੋਮੋ ਸੇਪੀਅਨਜ਼, ਠੀਕ ਆ। ਹੋਮੋ ਸੇਪੀਅਨਜ਼ ਆਪਾਂ ਸਾਰਿਆਂ ਨੂੰ ਪੁਰਾਣੇ ਮਨੁੱਖ ਨੇ, ਠੀਕ ਆ, ਜੇ ਅਫਰੀਕਾ ਵਿੱਚ ਰਹਿੰਦੇ ਸੀ, ਠੀਕ ਆ। ਉਹਨਾਂ ਨੂੰ ਕੀ ਮੰਨਿਆ ਜਾਂਦਾ, ਆਪਣੇ ਸਭ ਤੋਂ ਪੁਰਾਤਨ ਮਨੁੱਖ ਸਪੀਸੀਜ਼ ਮੰਨਿਆ ਜਾਂਦਾ, ਠੀਕ ਆ। ਸਭ ਤੋਂ ਪੁਰਾਤਨ ਮਨੁੱਖ ਸਪੀਸੀਜ਼ ਕੀ ਹੈਗਾ, ਅਫਰੀਕਾ ਵਿੱਚ ਹੋਮੋ ਸੇਪੀਅਨਜ਼ ਸੀਗੇ ਜਿਹੜੇ, ਉਹ ਮਨੁੱਖ ਦੀ ਸਭ ਤੋਂ ਪੁਰਾਤਨ, ਠੀਕ ਆ, ਸਭ ਤੋਂ ਪੁਰਾਣੀ ਜਾਤੀ ਸੀਗੀ, ਠੀਕ ਆ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਆ ਸਾਰਾ ਮੇਨ ਸੀਗਾ, ਠੀਕ ਆ। ਹੁਣ ਜਿਵੇਂ ਆ ਕੀ ਸੀਗਾ, ਕੁਦਰਤੀ ਚੋਣ ਦੁਆਰਾ, ਠੀਕ ਆ, ਕੁਝ ਉਹਦੇ ਵਿੱਚ ਕੀ ਰਹਿ ਜਾਂਦੇ ਸੀਗੇ, ਗੁਣ ਰਹਿ ਜਾਂਦੇ ਹੁੰਦੇ ਸੀਗੇ, ਠੀਕ ਆ। ਜਿਵੇਂ ਇਹਦੇ ਵਿੱਚ ਵੀ ਇੱਕ ਕੁਦਰਤੀ ਚੋਣ ਹੀ ਆ ਗਈ ਵੀ ਜਿਹੜੇ ਡਾਇਨਾਸੌਰ ਦੇ ਪੰਖ ਸੀਗੇ, ਠੀਕ ਆ। ਉਸ ਤੋਂ ਬਾਅਦ ਕੀ ਹੈਗਾ, ਪੰਛੀਆਂ ਦੇ ਪੰਛੀ ਉਹਨਾਂ ਪੰਖਾਂ ਨੂੰ ਉੱਡਣ ਲਈ ਵਰਤਣ ਲੱਗੇ, ਠੀਕ ਆ। ਇਹ ਵੀ ਇੱਕ ਕੁਦਰਤੀ ਤੌਰ ਤੇ ਸੀ ਆ ਵੀ ਚੀਜ਼, ਠੀਕ ਆ। ਪਰ ਕੀ ਹੈਗਾ, ਹਰ ਵਾਰ ਜ਼ਰੂਰੀ ਨਹੀਂ ਵੀ ਜਿਹੜੇ ਵਿਕਾਸ ਹੋ ਰਿਹਾ ਹੈਗਾ ਉਹ ਕੁਦਰਤੀ ਤੌਰ ਤੇ ਹੋਵੇ, ਠੀਕ ਆ। ਉਹ ਬਣਾਉਟੀ ਵੀ ਹੋ ਸਕਦਾ, ਠੀਕ ਆ। ਬਣਾਵਟੀ ਮਤਲਬ ਕੀ ਹੈਗਾ, ਬਣਾਉਟੀ ਵਿਕਾਸ ਮਤਲਬ ਕੀ ਹੋ ਸਕਦਾ, ਬਣਾਉਟੀ ਤੌਰ ਤੇ, ਠੀਕ ਆ, ਵੀ ਮਨੁੱਖ ਕਰ ਰਿਹਾ, ਠੀਕ ਆ, ਪਰਿਵਰਤਨ ਉਹਦੇ ਵਿੱਚ ਜਿਹੜੀਆਂ ਉਹਦੇ ਵਿੱਚ ਭਿੰਨਤਾਵਾਂ ਨਹੀਂ, ਜਿਵੇਂ ਇਹਦੇ ਵਿੱਚ ਭਿੰਨਤਾਵਾਂ ਪੈਦਾ ਹੋਈਆਂ ਕੁਦਰਤੀ ਤੌਰ ਤੇ, ਪਰ ਕੁਝ ਭਿੰਨਤਾਵਾਂ ਮਨੁੱਖ ਬਣਾਉਟੀ ਤੌਰ ਤੇ ਕਰ ਲੈਂਦਾ, ਠੀਕ ਆ। ਜਿਵੇਂ ਜੰਗਲੀ ਗੋਭੀ ਹੁੰਦੀ ਸੀ, ਠੀਕ ਆ, ਉਹਨੂੰ ਲੋਕ ਖਾਣ ਲਈ ਵਰਤਦੇ ਸੀ, ਠੀਕ ਆ। ਤਾਂ ਕੁਝ ਲੋਕਾਂ ਨੂੰ ਉਹਦੇ ਵਿੱਚ ਕੀ ਹੈਗਾ, ਪੱਤੇ ਵਧੀਆ ਲੱਗੇ, ਠੀਕ ਆ, ਫੁੱਲ ਵਧੀਆ, ਉਹ ਗੋਭੀ ਦੇ ਵਿੱਚ ਫੁੱਲ ਨਹੀਂ ਵਧੀਆ, ਪੱਤੇ ਵਧੀਆ ਲੱਗੇ, ਤਾਂ ਉਹਨਾਂ ਨੇ ਕੀ ਪੱਤ ਗੋਭੀ ਦੀ ਕਿਸਮ ਬਣਾਤੀ, ਠੀਕ ਆ। ਮਨੁੱਖ ਨੇ ਆਪ ਬਣਾਈ ਹੈਗੀ ਜੰਗਲੀ ਗੋਭੀ ਤੋਂ, ਠੀਕ ਆ। ਪਹਿਲਾਂ ਕੀ ਹੁੰਦੀ ਸੀ, ਜੰਗਲੀ ਗੋਭੀ, ਠੀਕ ਆ, ਜੰਗਲੀ ਗੋਭੀ, ਠੀਕ ਆ। ਜੰਗਲੀ ਗੋਭੀ ਤੋਂ ਕੀ ਬਣਾਤੀ, ਪੱਤ ਗੋਭੀ, ਕਿਉਂਕਿ ਉਹਨਾਂ ਨੂੰ ਪੱਤੇ ਵਧੀਆ ਲੱਗਦੇ ਸੀ। ਕਿਸੇ ਨੂੰ ਕੀ ਵਧੀਆ ਲੱਗਦਾ ਸੀ, ਫੁੱਲ ਵਧੀਆ ਲੱਗਦਾ ਸੀਗਾ, ਤਾਂ ਉਹਨਾਂ ਨੇ ਕੀ ਬਣਾਤੀ, ਫੁੱਲ ਗੋਭੀ ਬਣਾਤੀ, ਠੀਕ ਆ, ਫੁੱਲ ਗੋਭੀ ਬਣਾਤੀ। ਐਵੇਂ ਕੀ ਹੈਗਾ, ਕਿਸੇ ਨੂੰ ਕੀ ਹੈਗਾ, ਜਿਹੜੀ ਚੀਜ਼ ਵਧੀਆ ਲੱਗਦੀ ਸੀ ਉਸ ਹਿਸਾਬ ਨਾਲ ਕੀ ਬਣਾਤੀ ਉਹਨਾਂ ਨੇ, ਗੋਭੀ ਬਣਾਤੀ। ਜਿਵੇਂ ਕੀ ਹੈ, ਗੱਠ ਗੋਭੀ ਬਣਾਤੀ ਕਿਸੇ ਨੇ, ਠੀਕ ਹੈ, ਕਿਉਂਕਿ ਉਹਨਾਂ ਨੂੰ ਕੀ ਹੈਗਾ, ਜਿਹੜੇ ਪੱਤੇ ਸੀ ਉਹਦੇ ਉਹ ਵਧੀਆ ਲੱਗਦੇ ਸੀਗੇ, ਠੀਕ ਆ। ਇਸ ਤਰ੍ਹਾਂ ਕੀ ਹੈਗਾ, ਗੋਭੀ ਕੀ ਹੈ, ਵੱਖ-ਵੱਖ ਕਿਸਮਾਂ ਕੀ ਹੈ ਮਨੁੱਖ ਨੇ ਬਣਾਈਆਂ ਨੇ ਬਣਾਉਟੀ ਤੌਰ ਤੇ, ਤਾਂ ਜਿਹੜੀਆਂ ਉਹਦੇ ਵਿੱਚ ਭਿੰਨਤਾਵਾਂ ਪੈਦਾ ਹੋਈਆਂ ਨੇ, ਗੋਭੀ, ਜੰਗਲੀ ਗੋਭੀ ਤੋਂ ਪੱਤ ਗੋਭੀ, ਫੁੱਲ ਗੋਭੀ, ਠੀਕ ਹੈ, ਗੱਠ ਗੋਭੀ, ਇਹ ਸਾਰੀਆਂ ਗੋਭੀਆਂ ਬਣਾਉਟੀ ਤੌਰ ਤੇ ਬਣਾਈਆਂ ਗਈਆਂ ਮਨੁੱਖ ਤੋਂ, ਪਰਿਵਰਤਨ ਬਣਾਉਟੀ ਤੌਰ ਤੇ ਕੀਤੇ ਗਏ ਨੇ, ਠੀਕ ਆ। ਤਾਂ ਇਹਦਾ ਵਿਕਾਸ ਹੈਗਾ ਬਣਾਉਟੀ ਤੌਰ ਤੇ ਵੀ ਹੋ ਸਕਦਾ, ਠੀਕ ਆ। ਹੁਣ ਕੀ ਹੈਗਾ, ਜੋ ਆਪਣੇ ਕੋਲ ਜੀਵ ਵਿਕਾਸ ਹੁੰਦਾ, ਠੀਕ ਆ, ਤਾਂ ਜੀਵ ਵਿਕਾਸ ਦੀ ਮੁੱਖ ਘਟਨਾ ਕੀ ਆ, ਠੀਕ ਆ। ਜੀਵ ਵਿਕਾਸ ਦੀ ਮੁੱਖ ਘਟਨਾ ਕੀ ਹੈਗੀ, ਵੀ ਜੀਵ ਵਿਕਾਸ ਹੁੰਦਾ ਜਦੋਂ, ਠੀਕ ਆ, ਤਾਂ ਆਪਣੇ ਕੋਲ ਜਦੋਂ ਜੀਵ ਵਿਕਾਸ ਦੀ ਮੁੱਖ ਘਟਨਾ, ਠੀਕ ਆ, ਜੀਵ ਵਿਕਾਸ, ਠੀਕ ਆ। ਜੀਵ ਵਿਕਾਸ ਮਤਲਬ ਭਿੰਨਤਾਵਾਂ ਪੈਦਾ ਹੁੰਦੀਆਂ ਨੇ ਜਿਹੜੀਆਂ, ਠੀਕ ਆ। ਭਿੰਨਤਾਵਾਂ ਕਿਉਂ ਪੈਦਾ ਹੁੰਦੀਆਂ ਨੇਗੀਆਂ, ਜਨਨ ਦੌਰਾਨ, ਠੀਕ ਆ, ਜਨਨ ਦੌਰਾਨ, ਠੀਕ ਹੈ, ਜਦੋਂ ਜਨਨ ਹੁੰਦਾ ਗਾ ਉਦੋਂ ਕੀ ਹੈਗਾ, ਡੀਐਨਏ ਵਿੱਚ ਪਰਿਵਰਤਨ ਹੁੰਦੇ ਨੇ, ਠੀਕ ਆ। ਜਨਨ ਦੌਰਾਨ ਡੀਐਨਏ ਵਿੱਚ ਹੋਣ ਵਾਲੇ ਪਰਿਵਰਤਨ, ਠੀਕ ਆ, ਡੀਐਨਏ ਵਿੱਚ ਹੋਣ ਵਾਲੇ ਪਰਿਵਰਤਨ, ਠੀਕ ਆ। ਜਦੋਂ ਜਨਨ ਹੁੰਦਾ ਤਾਂ ਜਿਹੜੇ ਜਨਨ ਹੁੰਦਾ ਉਦੋਂ ਡੀਐਨਏ ਵਿੱਚ ਜਿਹੜੇ ਪਰਿਵਰਤਨ ਹੁੰਦੇ ਹੈਗੇ, ਠੀਕ ਆ, ਉਸੇ ਦੇ ਕਾਰਨ ਹੀ ਜੀਵ ਵਿਕਾਸ ਹੁੰਦਾ, ਠੀਕ ਆ। ਮਤਲਬ ਕੀ ਹੈਗਾ, ਜਿਵੇਂ ਜਨਨ ਹੋਇਆ, ਠੀਕ ਹੈ, ਤਾਂ ਜਿਹੜਾ ਨਵਾਂ ਬੱਚਾ ਪੈਦਾ ਹੋਊ ਉਹਦੇ ਪੰਖ ਜ਼ਿਆਦਾ ਉੱਡਣ ਲਈ ਤਿਆਰ ਹੌਲੀ ਤਿਆਰ ਹੋਏ ਨੇ, ਠੀਕ ਆ। ਤਾਂ ਡੀਐਨਏ ਵਿੱਚ ਪਰਿਵਰਤਨ ਹੁੰਦਾ ਗਾ, ਜਿਹਦੇ ਕਾਰਨ ਕੀ ਹੈਗਾ, ਉਹਨਾਂ ਦੇ ਵਿੱਚ ਭਿੰਨਤਾਵਾਂ ਪੈਦਾ ਹੁੰਦੀਆਂ ਨੇ ਤੇ ਜੀਵ ਵਿਕਾਸ ਹੁੰਦਾ, ਠੀਕ ਆ। ਤਾਂ ਜੀਵ ਵਿਕਾਸ ਦੀ ਮੁੱਖ ਘਟਨਾ ਕੀ ਹੈਗਾ, ਜਨਨ ਦੇ ਦੌਰਾਨ ਡੀਐਨਏ ਵਿੱਚ ਹੋਣ ਵਾਲੇ ਪਰਿਵਰਤਨ, ਠੀਕ ਆ। ਹੌਲੀ ਇਹ ਪਰਿਵਰਤਨ ਇਕੱਠੇ ਹੁੰਦੇ ਰਹਿੰਦੇ ਆ, ਠੀਕ ਆ। ਜਿਵੇਂ ਪੰਛੀ ਸੀਗੇ, ਪੰਛੀਆਂ ਦੇ ਪੰਖ ਪਹਿਲਾਂ, ਠੀਕ ਆ, ਮਤਲਬ ਕਿ ਸਿਰਫ ਠੰਡ ਨੂੰ ਬਚਣ ਲਈ ਸੀ, ਠੀਕ ਆ। ਹੌਲੀ ਕੀ ਆ, ਇਹਨਾਂ ਵਿੱਚ ਕੀ ਆ, ਪਰਿਵਰਤਨ ਇਕੱਠੇ ਹੁੰਦੇ ਗਏ ਤੇ ਹੌਲੀ ਇਹ ਪਹਿਲਾਂ ਘੱਟ ਉੱਡਣ ਲਈ ਤਿਆਰ ਵਰਤਦੇ ਹੋਣੇ, ਠੀਕ ਆ। ਪਹਿਲਾਂ ਸਿਰਫ ਐਂ ਫੜਫੜਾਉਂਦੇ ਹੋਣੇ, ਫਿਰ ਇਹ ਉੱਡਣ ਲਈ ਹੌਲੀ ਵਰਤਣ ਲੱਗੇ ਨੇ, ਠੀਕ ਆ। ਤਾਂ ਮਤਲਬ ਕੀ ਹੈਗਾ,
ਵੀ ਇਹ ਪਰਿਵਰਤਨ ਕੀ ਆ ਹੌਲੀ ਹੌਲੀ ਇਕੱਠੇ ਹੁੰਦੇ ਰਹਿੰਦੇ ਆ, ਠੀਕ ਆ, ਇਕੱਠੇ ਹੋ ਕੇ ਇੱਕ ਵੱਡਾ ਪਰਿਵਰਤਨ ਬਣ ਜਾਂਦਾ ਹਨਾ। ਤਾਂ ਪਰਿਵਰਤਨ ਕੀ ਹੈਗੇ ਹੌਲੀ ਹੌਲੀ ਇਕੱਠੇ ਹੁੰਦੇ ਆ ਨਾ। ਪਰਿਵਰਤਨ ਇੱਕ ਜਾਤੀ ਜਦੋਂ ਸੰਤਾਨ ਪੈਦਾ ਹੋਈ ਉਹਦੇ ਵਿੱਚ ਥੋੜੇ ਪਰਿਵਰਤਨ ਹੋ ਗਏ, ਜਦੋਂ ਉਹਦੀ ਸੰਤਾਨ ਅੱਗੇ ਪੈਦਾ ਹੋਈ ਉਹਦੇ ਵਿੱਚ ਥੋੜੇ ਹੋਰ ਪਰਿਵਰਤਨ ਹੋ ਗਏ, ਹੋਰ ਸੰਤਾਨ ਪੈਦਾ ਹੋਈ ਉਹਦੇ ਵਿੱਚ ਥੋੜੇ ਹੋਰ ਪਰਿਵਰਤਨ ਹੋ ਗਏ, ਠੀਕ ਆ। ਤਾਂ ਇਹ ਪਰਿਵਰਤਨ ਇਕੱਠੇ ਹੁੰਦੇ ਰਹਿੰਦੇ ਆ, ਠੀਕ ਆ। ਤਾਂ ਇਹਨਾਂ ਪਰਿਵਰਤਨਾਂ ਦਾ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਇਹ ਪਰਿਵਰਤਨ ਕਦੋਂ ਸ਼ੁਰੂ ਹੋਏ, ਕਦੋਂ ਹੋਣੇ ਸ਼ੁਰੂ ਹੋਏ, ਠੀਕ ਆ। ਇਹਨਾਂ ਪਰਿਵਰਤਨਾਂ ਨੂੰ ਜਾਣਨ ਲਈ ਕੀ ਕਰਿਆ, ਇੱਕ ਅਣਬੀ ਜਾਤੀ ਵਰਤਾਂਤ, ਠੀਕ ਆ, ਅਣਬੀ ਜਾਤੀ ਵਰਤਾਂਤ, ਠੀਕ ਆ। ਇਹ ਕੀ ਹੈਗਾ ਅਣਬੀ ਜਾਤੀ ਮਤਲਬ ਕਿ ਉਹਦੇ ਅਣੂਆਂ ਨੂੰ ਦੇਖ ਕੇ, ਠੀਕ ਆ, ਅਣਬੀ ਜਾਤੀ ਵਰਤਾਂਤ ਕੀ ਹੈਗਾ ਦੱਸ ਦਿੰਦਾ ਵੀ ਇਹ ਪਰਿਵਰਤਨ ਕਦੋਂ ਸ਼ੁਰੂ ਹੋਏ, ਠੀਕ ਆ, ਕਦੋਂ ਪੈਦਾ ਹੋਏ, ਠੀਕ ਆ। ਤਾਂ ਅਣਬੀ ਜਾਤੀ ਵਰਤਾਂਤ ਦਾ ਕੀ ਹੈਗਾ ਮੁੱਖ ਕੰਮ ਕੀ ਹੈਗਾ ਵੀ ਪਰਿਵਰਤਨ ਦੱਸਣਾ ਵੀ ਕਦੋਂ ਸ਼ੁਰੂ ਹੋਏ ਪਰਿਵਰਤਨ, ਠੀਕ ਆ। ਇਹ ਮੇਨ ਸੀਗਾ ਇਸ ਦੇ ਲੈਸਨ ਦੇ ਵਿੱਚ, ਠੀਕ ਆ। ਹੋਰ ਕੋਈ ਮੇਨ ਜ਼ਿਆਦਾ ਹੈ ਨਹੀਂ ਇਹਦੇ ਵਿੱਚ ਲੈਸਨ 'ਚ। ਤਾਂ ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ। ਆਸ ਕਰਦੇ ਵੀਡੀਓ ਪਸੰਦ ਆਈ ਹੋਵੇਗੀ, ਠੀਕ ਆ। ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਤਾਂ ਆਪਣੇ ਕਮੈਂਟ ਜ਼ਰੂਰ ਦੱਸਿਆ ਕਰੋ, ਠੀਕ ਆ। ਤੇ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ, ਥੈਂਕ ਯੂ।